ਹੁਣ ਕਿਸਾਨ ਕੀ ਕਹਿ ਰਹੇ ਆ ਬਈ ਜਦੋਂ ਸੈਲੋ ਦੇ ਵਿੱਚ ਲੁੱਟ ਖਸੁੱਟ ਕਰਨ ਲੱਗੂਗੇ ਅਬਾਨੀ ਅਡਾਨੀ ਉਦੋਂ ਫਿਰ ਅਸੀਂ ਮੰਡੀਆਂ 'ਚ ਵਗਾਂਗੇ, ਉਦੋਂ ਤੱਕ ਤਾਂ ਰਹਿਣੀਆਂ ਹੀ ਨਹੀਂ ਮੰਡੀਆਂ ਭਰਾਵੋ। ਪਰ ਉਹ ਤਾਂ ਇਹ ਕਹਿ ਰਹੇ ਆ ਨਾ ਕਿ ਉੱਥੇ ਕਿਹੜਾ ਅਡਾਨੀ ਖਰੀਦ ਰਿਹਾ, ਖਰੀਦ ਤਾਂ ਉੱਥੇ ਸਰਕਾਰ ਹੀ ਰਹੀ ਹੈ, ਸਰਕਾਰ ਦੀ ਏਜੰਸੀ ਉੱਥੇ ਖਰੀਦ ਕਰ ਰਹੀ ਹੈ। ਫਿਰ ਇਹੀ ਲੋਕਾਂ ਨੂੰ ਯਾਰ, ਇਹ ਲੋਕ ਮੂਰਖ ਨੇ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਰਕਾਰ ਜੇ ਖਰੀਦ ਰਹੀ ਹੈ ਉੱਥੇ ਵੀ ਸਰਕਾਰ ਖਰੀਦ ਰਹੀ, ਇੱਥੇ ਵੀ ਕੀ ਉੱਥੇ ਭਾਰਤ ਸਰਕਾਰ ਜੇ ਖਰੀਦ ਰਹੀ ਤਾਂ ਇੱਥੇ ਕਿਹੜਾ ਯੂਕਰੇਨ ਦੀ ਸਰਕਾਰ ਖਰੀਦ ਰਹੀ ਹੈ। ਅਡਾਨੀਆਂ ਦਾ ਪ੍ਰਬੰਧ ਇੰਨਾ ਤਕੜਾ ਕਿ 1 ਮਿੰਟ 'ਚ ਜਾਂਦੀ ਉੱਥੇ ਟਰਾਲੀ ਖਾਲੀ ਹੁੰਦੀ, ਟਰੈਕਟਰ ਨੂੰ ਸੰਗਲ ਪਾਉਂਦੇ ਆ ਤੇ ਨਾਲ ਹੀ ਚੱਕ ਦਿੰਦੇ ਆ, ਮਿੰਟੋ ਮਿੰਟੀ ਵਿਹਲਾ ਹੋ ਕੇ ਬੰਦਾ ਚੱਲ ਜਾਂਦਾ। ਪਰ ਮੰਡੀਆਂ ਵਿੱਚ ਸਰਕਾਰ ਕੀ ਕਰ ਰਹੀ ਹੈ, ਸਵਾਲ ਸਰਕਾਰ ਤੇ ਵੀ ਤਾਂ ਖੜੇ ਹੁੰਦੇ। ਪਰ ਉਹ ਤਾਂ ਇਹ ਵੀ ਕਹਿ ਰਹੇ ਆ ਨਾ ਕਿ ਉੱਥੇ ਵੀ ਇਹੀ ਮਾਲ ਜਿਹੜਾ ਹੈਗਾ ਸਾਰਾ ਇੱਥੋਂ ਜਿਹੜੀ ਖਰੀਦ ਚੱਕੀ ਜਾਣੀ, ਮੰਡੀਆਂ ਦੇ ਵਿੱਚੋਂ ਕਣਕ ਚੱਕੀ ਜਾਣੀ, ਇਹ ਵੀ ਤਾਂ ਉਹਨਾਂ ਗੋਦਾਮਾਂ ਵਿੱਚ ਜਾ ਕੇ ਸੇਵ ਹੋਣੀ ਹੈ, ਉੱਥੇ ਜਾ ਕੇ ਰੱਖ ਰਖਾਵ ਹੋਣਾ ਇਸ ਦਾ ਵੀ। ਪਰ ਫਿਰ ਇਹ ਸਵਾਲ ਇਹ ਵੀ ਆ, ਜੇ ਇਹ ਮੰਡੀਆਂ ਵਾਲੀ ਫਸਲ ਵੀ ਉਹਨਾਂ ਸੈਲੋਆਂ ਦੇ ਵਿੱਚ ਹੀ ਜਾਣੀ ਹੈ ਤਾਂ ਇਹ ਮੰਡੀਆਂ 'ਚ ਖੱਜਲ ਖੁਆਰੀ ਕਿਉਂ ਹੈ ਤੇ ਉਹਨਾਂ ਸੈਲੋਆਂ ਦੇ ਵਿੱਚ ਬਹੁਤ ਆਰਾਮ ਦੇ ਨਾਲ ਕਿਉਂ ਫਸਲ ਉਤਾਰੀ ਜਾਂਦੀ ਹੈ। ਇਹਦਾ ਮਤਲਬ ਤੁਹਾਡਾ ਰਾਹ ਪੱਧਰਾ ਕੀਤਾ ਜਾ ਰਿਹਾ ਉਹਨਾਂ ਦੇ ਲਈ ਬਈ ਤਾਂ ਕਿ ਤੁਹਾਡੀ ਮਾਨਸਿਕਤਾ ਸੈਲੋਆਂ ਲਈ ਬਣ ਜੇ ਤੇ ਇਹਨਾਂ ਨੂੰ ਇੱਥੇ ਮੰਡੀਆਂ 'ਚ ਕਰੋ ਖੱਜਲ ਖੁਆਰ। ਮੰਨ ਲਓ ਪਹਿਲਾਂ ਆਪਾਂ ਸੜਕਾਂ ਬਣਾਈਆਂ, ਇੱਕ ਪ੍ਰਾਈਵੇਟ ਸੜਕ ਹੈ ਇੱਕ ਸਰਕਾਰੀ ਹੈ, ਟੋਲ ਟੈਕਸ ਦੋਨਾਂ ਤੇ ਨਹੀਂ ਹੈਗਾ। ਇਹ ਕਿਸ ਤਰ੍ਹਾਂ ਲੋਕਾਂ ਨੂੰ ਕਿਸ ਤਰ੍ਹਾਂ ਮਤਲਬ ਕਿ ਲੁੱਟਿਆ ਜਾਂਦਾ ਹੈ, ਕਿਹੜੀਆਂ ਸਕੀਮਾਂ ਤਹਿਤ ਉਹ ਦੱਸਣ ਲੱਗਿਆ। ਜਦੋਂ ਕਾਨੂੰਨ ਖੇਤੀ ਕਾਨੂੰਨ ਲਾਗੂ ਕੀਤੇ ਗਏ ਆ ਤਾਂ ਉਦੋਂ 700 ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਜਾਂ ਸ਼ਹੀਦ ਕਹਿੰਦੇ ਆ ਸ਼ਹੀਦ ਹੋਏ, ਤਾਂ ਇਹਦਾ ਮਤਲਬ ਫਿਰ ਅਸੀਂ ਇਹ ਮੰਨੀਏ ਵੀ ਇਹਨਾਂ ਲੋਕਾਂ ਨੇ ਜਿਹੜੇ ਅੱਜ ਟਰਾਲੀਆਂ ਲੈ ਕੇ ਆਪਣੇ ਕਿਸਾਨੀ ਦੀਆਂ ਉੱਥੇ ਗਏ ਹੋਏ ਨੇ ਤਾਂ ਉਹਨਾਂ ਦੇ ਕਿਸਾਨ ਕੋਈ ਸ਼ਹੀਦ ਨਹੀਂ ਹੋਇਆ, ਮਜ਼ਦੂਰ ਇਹਨਾਂ ਨੇ ਸ਼ਹੀਦ ਕਰਵਾਏ ਮੰਨੀਏ। ਫਿਰ ਜਿਹੜੇ ਉੱਥੇ ਖੜੇ ਆ ਫਿਰ ਹੁਣ ਉਹ ਉੱਥੇ ਜਾ ਕੇ ਅਡਾਨੀਆਂ ਦੇ ਉੱਥੇ ਜਾ ਕੇ ਕਹਿ ਦੇਵੇ ਵੀ ਮੈਨੂੰ ਮੈਂ ਧੀ ਦਾ ਵਿਆਹ ਕਰਨਾ 6 ਲੱਖ ਰੁਪਏ ਦੇ ਦਿਓ, ਫਿਰ ਲੈ ਆਵੇ ਅਡਾਨੀ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ, ਜਿੱਥੇ ਮੰਡੀਆਂ ਦੇ ਵਿੱਚੋਂ ਖਰੀਦ ਹੋ ਰਹੀ ਹੈ ਤਾਂ ਉਸ ਦੇ ਨਾਲ ਇੱਕ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਕਿ ਅਡਾਨੀਆਂ ਦੇ ਸਾਈਲੋ ਦੇ ਬਾਹਰ ਵੀ ਬਹੁਤ ਵੱਡੀਆਂ ਕਤਾਰਾਂ ਕਿਸਾਨਾਂ ਦੀਆਂ ਲੱਗੀਆਂ ਹੋਈਆਂ, ਜਿੱਥੇ ਹੁਣ ਵਿਵਾਦ ਇਹ ਛਿੜਿਆ ਹੋਇਆ ਕਿ ਮੰਡੀਆਂ ਦੇ ਵਿੱਚ ਕੁਝ ਕਿਸਾਨ ਕਹਿ ਰਹੇ ਆ ਕਿ ਅਸੀਂ ਮੋਰਚਾ ਲਾਇਆ ਸੀ, ਸਾਨੂੰ ਅੱਜ ਵੀ ਮੰਡੀਆਂ ਦੇ ਵਿੱਚ ਹੀ ਰਹਿਣਾ ਚਾਹੀਦਾ, ਮੰਡੀਆਂ ਦੇ ਵਿੱਚੋਂ ਹੀ ਸਾਨੂੰ ਫਸਲ ਵੇਚਣੀ ਚਾਹੀਦੀ ਹੈ। ਤਾਂ ਕੁਝ ਕਿਸਾਨ ਦੂਜੇ ਪਾਸੇ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਆ ਕਿ ਜੇਕਰ ਅਡਾਨੀਆਂ ਦੇ ਸਾਈਲੋਜ਼ ਦੇ ਵਿੱਚ ਅਸੀਂ ਸੇਲ ਕਰ ਰਹੇ ਹਾਂ ਜਾ ਕੇ ਆਪਣੀ ਫਸਲ ਨੂੰ ਤਾਂ ਉੱਥੇ ਵੀ ਕੀ ਮਾੜਾ ਜਾਣੀ ਤੇ ਸਰਕਾਰ ਕੋਲੇ ਆ। ਸੋ ਇਸ ਮੁੱਦੇ ਦੇ ਬਾਰੇ ਵਿੱਚ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਜਗਦੀਪ ਸਿੰਘ ਥਲੀ। ਇਸ ਮੁੱਦੇ ਦੇ ਉੱਤੇ ਚਰਚਾ ਕਰਦੇ ਹਾਂ ਕਿ ਮੰਡੀਆਂ ਠੀਕ ਨੇ ਜਾਂ ਫਿਰ ਅੰਬਾਨੀਆਂ ਅਡਾਨੀਆਂ ਦੇ ਸਾਈਲੋਜ਼, ਕੀ ਠੀਕ ਹੈ ਕੀ ਗਲਤ ਹੈ। ਬਈ ਕਿਵੇਂ ਦੇਖਦੇ ਹੋ ਜਿਹੜੀ ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਮੁੱਦਾ ਜਿਹੜਾ ਹੈਗਾ ਪ੍ਰਚਾਰਿਆ ਜਾ ਰਿਹਾ, ਮੁੱਦਾ ਚੱਲ ਰਿਹਾ ਪੰਜਾਬ ਦੇ ਵਿੱਚ ਕਿ ਕੁਝ ਲੋਕ ਇਹ ਕਹਿ ਰਹੇ ਆ ਕਿ ਸਾਨੂੰ ਮੰਡੀਆਂ ਦੇ ਰਾਹੀਂ ਹੀ ਖਰੀਦ ਕਰਨੀ ਚਾਹੀਦੀ ਹੈ ਜਿੱਦਾਂ ਪਹਿਲਾਂ ਚੱਲਦੀ ਸੀ, ਪਰ ਕੁਝ ਲੋਕ ਅਜੇ ਵੀ ਅਡਾਨੀਆਂ ਦੇ ਹੱਕ ਵਿੱਚ ਜਾ ਕੇ ਖੜੇ ਹੋ ਗਏ ਆ। ਉਹ ਕਹਿੰਦੇ ਕਿ ਜੇ ਫਸਲ ਉੱਥੇ ਹੀ ਜਾਣੀ ਹੈ, ਸਰਕਾਰ ਨੇ ਹੀ ਖਰੀਦਣੀ, ਸਰਕਾਰ ਹੀ ਖਰੀਦ ਰਹੀ ਹੈ ਉੱਥੋਂ ਵੀ, ਤਾਂ ਗਲਤ ਕੀ ਹੈ। ਬਿਲਕੁਲ ਸਤਨਾਮ, ਇਹ ਜਿਹੜਾ ਹੈਗਾ ਵਿਵਾਦ ਸ਼ੁਰੂ ਦੇ ਵਿੱਚ ਜਦੋਂ ਪਹਿਲੀ ਵੀਡੀਓ ਆਉਂਦੀ ਹੈ ਤਾਂ ਪਹਿਲੀ ਵੀਡੀਓ ਦੇ ਵਿੱਚ ਬੜਾ ਲੋਕਾਂ ਨੂੰ ਕਈਆਂ ਨੂੰ ਅਫਸੋਸ ਹੋਇਆ, ਹੈਰਾਨਗੀ ਵੀ ਹੋਈ ਬਈ ਯਾਰ ਜਿਹਦੇ ਕਰਕੇ 1 ਸਾਲ ਤੋਂ ਵੱਧ ਆਪਾਂ ਬੈਠੇ ਰਹੇ ਹਾਂ ਸੜਕਾਂ ਤੇ ਬਈ ਅਸੀਂ ਮੰਡੀਆਂ ਬੰਦ ਨਹੀਂ ਹੋਣ ਦੇਣੀਆਂ, ਆਪਾਂ ਅੰਬਾਨੀ ਅਡਾਨੀਆਂ ਨੂੰ ਸਰਕਾਰ ਸਿੱਧੇ ਤੌਰ ਤੇ ਫਾਇਦਾ ਦੇ ਰਹੀ, ਇਹ ਤਾਂ ਮੂੰਹ ਚੱਕ ਕੇ ਆਪੇ ਤੁਰ ਪਏ। ਤੇ ਅੱਜ ਤੇ ਉਹ ਵੀ ਲੋਕ ਜਿਹੜੇ ਖੁਸ਼ ਹੋਣੇ ਨੇ ਸਰਕਾਰ ਦੇ, ਜਿਹੜੇ ਚਾਹੁੰਦੇ ਸੀਗੇ ਵੀ ਇਹ ਕਾਨੂੰਨ ਲਾਗੂ ਹੋਣ, ਉਹ ਕਹਿੰਦੇ ਹੋਣੇ ਵੀ ਰੱਦ ਕਰਕੇ ਆਪਾਂ ਨੂੰ ਤਾਂ ਬਹੁਤ ਵਧੀਆ ਹੋ ਗਿਆ ਕੰਮ, ਇਹ ਤਾਂ ਆਪਣੇ ਆਪ ਉਧਰ ਨੂੰ ਤੁਰ ਪਏ, ਜਾਂ ਇਹ ਤੋਰੇ ਗਏ ਨੇ ਜਾਂ ਕਿਸ ਤਰ੍ਹਾਂ ਹੋਇਆ। ਪਰ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਆ ਉਹ ਲਗਾਤਾਰ ਇਹ ਆ ਰਹੀ ਆ, ਦੋ ਧੜੇ ਹੋ ਗਏ ਇਹਦੇ 'ਚ। ਇੱਕ ਧੜਾ ਕਹਿੰਦਾ ਜੀ ਵੀ ਸਾਨੂੰ ਮੰਡੀਆਂ 'ਚ ਆਉਣਾ ਚਾਹੀਦਾ, ਦੂਜਾ ਧੜਾ ਕਹਿੰਦਾ ਵੀ ਨਹੀਂ ਮੰਡੀਆਂ 'ਚੋਂ ਵੀ ਤਾਂ ਅਡਾਨੀਆਂ ਦੇ ਉੱਥੇ ਜਾਣਾ, ਸੈਲੋ ਦੇ ਵਿੱਚ ਹੀ ਜਾਣਾ, ਤੇ ਕਿਉਂ ਨਾ ਆਪਾਂ ਸਿੱਧਾ ਉੱਥੇ ਹੀ ਚੱਲੀਏ। ਪਰ ਸਵਾਲ ਉਹਨਾਂ ਵੀਰਾਂ ਨੂੰ ਆਪਾਂ ਪੁੱਛਣਾ ਚਾਹੁੰਦੇ ਆ ਵੀ ਜੇ ਤੁਸੀਂ ਕਹਿੰਦੇ ਹੋ ਵੀ ਮੰਡੀਆਂ ਦੇ ਵਿੱਚ ਸਾਨੂੰ ਪਰੇਸ਼ਾਨੀ ਹੁੰਦੀ ਹੈ ਤੇ ਸੈਲੋ ਦੇ ਵਿੱਚ ਸਿੱਧੀ ਤੁਹਾਡੀ ਖਰੀਦ ਹੋ ਜਾਂਦੀ ਹੈ, ਤਾਂ ਫਿਰ ਇਹ ਪਤਾ ਕਰੋ ਵੀ ਫਿਰ ਜੇ ਤੁਸੀਂ ਕਹਿੰਦੇ ਹੋ ਵੀ ਮੰਡੀਆਂ ਦਾ ਵੀ ਤਾਂ ਸੈਲੋ 'ਚ ਜਾਣਾ ਤਾਂ ਫਿਰ ਮੰਡੀਆਂ ਦਾ ਸੈਲੋ 'ਚ ਇੱਕਦਮ ਕਿਉਂ ਨਹੀਂ ਜਾ ਰਿਹਾ, ਮੰਡੀਆਂ ਦੇ ਵਿੱਚ ਇੱਕ 2 ਦਿਨ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ, ਤੇ ਸੈਲੋ ਦੇ ਵਿੱਚ ਇੱਕਦਮ ਜਿਹੜੇ ਸਿੱਧੇ ਤੌਰ ਤੇ ਜਾਂਦੇ ਉਹਨਾਂ ਦੀ ਡਾਇਰੈਕਟ ਕਿਉਂ ਖਰੀਦ ਹੋ ਜਾਂਦੀ ਹੈ, ਜਾਂ ਉਹਨਾਂ ਨੂੰ ਇੱਕਦਮ ਵਿਹਲੇ ਕਿਉਂ ਕੀਤਾ ਜਾਂਦਾ। ਤੇ ਇਹਦਾ ਮਤਲਬ ਕੋਈ ਗੜਬੜ ਹੈ। ਜੇ ਹਰੇਕ ਮਾਲ ਉਸੇ ਸੈਲੋ ਦੇ ਵਿੱਚ ਜਾਣਾ ਤਾਂ ਮੰਡੀਆਂ ਵਾਲਿਆਂ ਨੂੰ ਜਿਹੜਾ ਮਾਲ ਮੰਡੀਆਂ 'ਚੋਂ ਜਾਣਾ ਇਸ ਸੈਲੋ ਦੇ ਵਿੱਚ ਤਾਂ ਉਹ ਰੁਲ ਰਹੇ ਨੇ, ਪਰ ਜਿਹੜੇ ਸਿੱਧੇ ਉੱਥੇ ਜਾਈ ਜਾ ਰਹੇ ਨੇ ਮਤਲਬ ਕਿ ਤੁਹਾਨੂੰ ਇੱਕ ਰਾਹ ਤੁਹਾਨੂੰ ਦਿੱਤਾ ਜਾ ਰਿਹਾ। ਆਮ ਤੌਰ ਤੇ ਕੀ ਹੁੰਦਾ, ਇੱਕ ਆਪਾਂ ਜਾਣਾ ਮੰਨ ਲਓ ਬਠਿੰਡੇ ਜਾਣਾ, ਬਠਿੰਡੇ ਨੂੰ 2 ਰਾਹ ਜਾਂਦੇ ਨੇ, ਇੱਕ ਰਾਹ ਬਹੁਤ ਪੱਕੀ ਸੜਕ ਹੈ
ਤੇ ਉਹਦੇ ਉੱਤੇ ਟੋਲ ਟੈਕਸ ਵੀ ਲੱਗੇ ਹੋਏ ਆ। ਇੱਕ ਸੜਕ ਕੱਚੀ ਹੈ, ਲੋਕ ਕੀ ਕਰਦੇ ਆ, ਜਦੋਂ ਕੱਚੀ ਸੜਕ ਦੇਖੀ ਉਹਨਾਂ ਨੇ ਵੀ ਯਾਰ ਇਹ ਤਾਂ ਬਹੁਤ ਟੁੱਟੀ ਹੋਈ ਆ, ਉਹ ਪੱਕੀ ਰੋਡ ਜਾਂਦੇ ਆ। ਮੰਨ ਲਓ ਪਹਿਲਾਂ ਆਪਾਂ ਸੜਕਾਂ ਬਣਾਈਆਂ, ਇੱਕ ਪ੍ਰਾਈਵੇਟ ਸੜਕ ਹੈ, ਇੱਕ ਸਰਕਾਰੀ ਆ, ਟੋਲ ਟੈਕਸ ਦੋਨਾਂ ਤੇ ਨਹੀਂ ਹੈਗਾ। ਇਹ ਕਿਸ ਤਰ੍ਹਾਂ ਲੋਕਾਂ ਨੂੰ ਕਿਸ ਤਰ੍ਹਾਂ ਮਤਲਬ ਕਿ ਲੁੱਟਿਆ ਜਾਂਦਾ ਹੈ, ਕਿਹੜੀਆਂ ਸਕੀਮਾਂ ਤਹਿਤ, ਉਹ ਦੱਸਣ ਲੱਗਿਆ। ਚਾਰਟ ਤੇ ਲਾਇਆ ਜਾਂਦਾ। ਹਾਂ, ਇੱਕ ਸਰਕਾਰੀ ਆ, ਇੱਕ ਪ੍ਰਾਈਵੇਟ ਹੈ, ਟੋਲ ਟੈਕਸ ਦੋਵਾਂ ਦੇ ਉੱਤੇ ਨਹੀਂ ਹੈ। ਆਪਾਂ ਬਠਿੰਡੇ ਪਹੁੰਚਣਾ, ਹੁਣ ਆਪਾਂ ਤਾਂ ਜ਼ਾਹਿਰ ਆ ਹਰੇਕ ਬੰਦਾ ਪੱਕੀ ਤੋਂ ਹੀ ਜਾਊਗਾ। ਜਦੋਂ ਆਪਾਂ ਨੇ ਕਹਿਣਾ ਠੀਕ ਹੈ ਯਾਰ ਪੱਕੀ ਵਧੀਆ ਸੜਕ ਹੈ, ਬਠਿੰਡੇ ਪਹੁੰਚਦੇ ਆ, ਸੁਖਾਲਾ ਰਾਹ ਹੋਵੇ, ਸੁਖਾਲਾ ਹੋਵੇ, ਸੁਖਾਲੇ ਰਾਹ ਤੋਂ ਆਪਾਂ ਬਠਿੰਡੇ ਪੁੱਜ ਗਏ। ਜਦੋਂ ਆਪਾਂ ਨੇ ਬਠਿੰਡੇ ਦੇ ਲਈ ਕਦੇ ਵੀ ਕੱਚੀ ਰੋਡ ਇਸਤੇਮਾਲ ਹੀ ਨਹੀਂ ਕੀਤੀ, ਕੱਚੀ ਰੋਡ ਖਤਮ ਹੋ ਜਾਣੀ, ਕੱਚੀ ਰੋਡ ਖਤਮ ਹੋ ਜਾਣੀ, ਜਾਂ ਉੱਥੇ ਲੁੱਟਾਂ ਖੋਹਾਂ ਲੱਗ ਜਾਣੀਆਂ, ਡਰ ਨਾਲ ਲੋਕਾਂ ਨੇ ਜਾਣਾ ਨਹੀਂ, ਸਰਕਾਰ ਨੂੰ ਉਹ ਰੋਡ ਬੰਦ ਕਰਨੀ ਪੈਣੀ ਹੈ, ਕਬਜ਼ੇ ਹੋ ਜਾਣੇ ਫਿਰ ਉਹਦੇ। ਹਾਂ, ਜਦੋਂ ਉਹ ਰੋਡ ਸਰਕਾਰ ਨੇ ਬੰਦ ਕਰਤੀ, ਚਾਹੇ ਕਬਜ਼ਾ ਕੀਤਾ, ਚਾਹੇ ਸਰਕਾਰ ਨੇ ਉੱਥੇ ਮਿੱਟੀ ਪਵਾਤੀ, ਚਾਹੇ ਸਰਕਾਰ ਕੋਲੇ ਆਓ, ਪਰ ਬੰਦ ਹੋ ਗਈ ਉਹ ਰੋਡ। ਤੇ ਜਦੋਂ ਸਿਰਫ ਇੱਕ ਰੋਡ ਬਚ ਗਈ ਨਾ, ਫਿਰ ਉਹਦੇ ਤੇ ਟੋਲ ਟੈਕਸ ਲਗਾਏ ਜਾਂਦੇ ਆ ਵੀ ਇਹ ਪੱਕੀ ਆ, ਹੁਣ ਇਹਨਾਂ ਕੋਲ ਹੋਰ ਕੋਈ ਹੈ ਨਹੀਂ, ਰਾਹ ਨਹੀਂ ਹੈ। ਤੇ ਹੁਣ ਕਿਸਾਨ ਕੀ ਕਹਿ ਰਹੇ ਆ ਬਈ ਜਦੋਂ ਸੈਲੋ ਦੇ ਵਿੱਚ ਲੁੱਟ ਖਸੁੱਟ ਕਰਨ ਲੱਗੂਗੇ ਅਬਾਨੀ ਅਡਾਨੀ, ਉਦੋਂ ਫਿਰ ਅਸੀਂ ਮੰਡੀਆਂ 'ਚ ਵਗਾਂਗੇ। ਉਦੋਂ ਤੱਕ ਤਾਂ ਰਹਿਣੀਆਂ ਹੀ ਨਹੀਂ ਮੰਡੀਆਂ ਭਰਾਵੋ, ਉਦੋਂ ਤੱਕ ਨਹੀਂ ਰਹਿਣੀਆਂ। ਮੈਂ ਟੋਟਲੀ ਤੁਹਾਡੇ ਨਾਲ ਆਪਾਂ ਹੱਕ 'ਚ ਆ ਬਈ FCI ਖਰੀਦ ਰਹੀ ਹੈ, ਅਡਾਨੀਆਂ ਕੋਲ ਕੋਈ ਅਧਿਕਾਰ ਨਹੀਂ ਹੈਗਾ, ਉਹ ਫਸਲ ਨਹੀਂ ਖਰੀਦ ਸਕਦੇ ਲੋਕਾਂ ਦੀ। ਪਰ ਇਹ ਸਿਰਫ ਤੁਹਾਨੂੰ ਲਲਚਾਇਆ ਜਾ ਰਿਹਾ, ਤੁਹਾਡੇ ਲਈ ਇੱਕ ਰਾਹ ਦਿੱਤਾ ਜਾ ਰਿਹਾ, ਤੁਹਾਡਾ ਮਾਈਂਡ ਸੈੱਟ ਕੀਤਾ ਜਾ ਰਿਹਾ। ਜਿਵੇਂ ਜੀਓ ਸਿਮ ਆਏ ਸੀ ਨਾ, ਤਾਂ ਪਹਿਲਾਂ ਉਹਨਾਂ ਨੇ ਫਰੀ ਦਿੱਤਾ, ਬਾਕੀ ਕੰਪਨੀਆਂ ਨੂੰ ਆਪਣਾ ਝੋਲਾ ਚੁੱਕਣਾ ਪਿਆ ਬਿਸਤਰ। ਜੇ ਤੁਸੀਂ ਇੱਕ ਵਾਰੀ ਆਦਤ ਤਾਂ ਪਾਓ ਉੱਥੇ ਆਉਣ ਦੀ, ਫਿਰ ਤੁਹਾਨੂੰ ਹੌਲੀ ਹੌਲੀ ਸਕੰਜੇ ਦੇ ਵਿੱਚ ਲਾਵਾਂਗੇ। ਬਿਲਕੁਲ, ਇੱਥੇ ਛੋਟਾ ਵੱਡਾ ਦਾਣਾ ਦੇਖਿਆ ਜਾਂਦਾ ਯਾਰ, ਕਣਕ ਨੂੰ ਸੁਸਰੀ ਲੱਗਦੀ ਹੁੰਦੀ ਆ, ਇੱਥੇ ਤਾਂ ਅਫਸਰਾਂ ਨੂੰ ਲੱਗੀ ਹੋਈ ਆ। ਇੱਥੇ ਆ ਕੇ ਕਹਿੰਦੇ ਆ ਜੀ ਤੁਹਾਡਾ ਦਾਣਾ ਛੋਟਾ, ਤੁਹਾਡਾ ਵੱਡਾ ਦਾਣਾ, ਤੇ ਉੱਥੇ ਆ ਕੇ ਕਹਿੰਦੇ ਤੁਸੀਂ ਟਰਾਲੀ ਖਾਲੀ ਕਰੋ, ਲੰਘਦੇ ਬਣੋ। ਨਾ ਕੁੰਡੀ ਦੇਖੀ ਜਾਂਦੀ ਹੈ, ਕਹਿੰਦੇ ਕਿ ਉੱਥੇ ਨਾ ਕੋਈ ਹੋਰ ਚੀਜ਼ ਦੇਖੀ ਜਾਂਦੀ, ਕੋਈ ਪੈਰਾਮੀਟਰ ਨਹੀਂ ਚੈੱਕ ਕੀਤਾ ਜਾਂਦਾ, ਆਪਣੀ ਟਰਾਲੀ ਖਾਲੀ ਕਰੋ ਤੇ ਜਾਓ ਆਰਾਮ ਨਾਲ ਵਿਹਲੇ ਹੋ ਕੇ। ਫਿਰ ਉਹੀ ਆ ਨਾ, ਇਹਦਾ ਮਤਲਬ ਜਦੋਂ ਇਹ ਕਹਿੰਦੇ ਵੀ ਉੱਥੇ ਪ੍ਰਾਈਵੇਟ ਨਹੀਂ ਖਰੀਦ ਰਹੀ ਫਰਮ, ਉੱਥੇ ਸਰਕਾਰ ਹੀ ਖਰੀਦ ਰਹੀ ਹੈ, FCI ਲੈ ਰਹੀ ਹੈ। ਤੇ ਇੱਥੇ ਕਿਹੜਾ ਸਰਕਾਰ, ਜਾਂ ਉੱਥੇ ਸਰਕਾਰ ਭਾਰਤ ਦੀ ਖਰੀਦ ਰਹੀ ਹੈ, ਇੱਥੇ ਕਿਹੜਾ ਯੂਕਰੇਨ ਦੀ ਸਰਕਾਰ ਹੈ? ਇੱਥੇ ਵੀ ਤਾਂ ਸਰਕਾਰ ਭਾਰਤ ਦੀ ਉਹ ਹੈ, ਸੈਂਟਰ ਖਰੀਦ ਰਹੀ ਹੈ ਇੱਥੇ ਵੀ। ਤੇ ਫਿਰ ਇੱਥੇ ਪਰੇਸ਼ਾਨੀਆਂ ਕਿਉਂ ਨੇ? ਇਹਦਾ ਮਤਲਬ ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਤੁਸੀਂ ਇਹ ਜਿਹੜਾ ਹੈਗਾ ਇਹ ਤੁਸੀਂ ਸੁਖਾਲੇ ਹੋਵੋਗੇ ਜੇ ਉੱਥੇ ਜਾਓਗੇ, ਤਾਂ ਹੌਲੀ ਹੌਲੀ ਉਹ ਅਧਿਕਾਰ ਦੇ ਵਿੱਚ ਲੈ ਜਾਣਾ। ਗੱਲ ਇਹ ਵੀ ਆ ਕਿ ਅਡਾਨੀਆਂ ਦਾ ਪ੍ਰਬੰਧ ਇੰਨਾ ਤਕੜਾ ਕਿ 1 ਮਿੰਟ 'ਚ ਜਾਂਦੀ, ਉੱਥੇ ਟਰਾਲੀ ਖਾਲੀ ਹੁੰਦੀ, ਟਰੈਕਟਰ ਨੂੰ ਸੰਗਲ ਪਾਉਂਦੇ ਆ ਤੇ ਨਾਲ ਹੀ ਚੱਕ ਦਿੰਦੇ ਆ, ਮਿੰਟੋ ਮਿੰਟੀ ਵਿਹਲਾ ਹੋ ਕੇ ਬੰਦਾ ਚੱਲ ਜਾਂਦਾ। ਪਰ ਮੰਡੀਆਂ ਵਿੱਚ ਸਰਕਾਰ ਕੀ ਕਰ ਰਹੀ ਹੈ? ਸਵਾਲ ਸਰਕਾਰ ਤੇ ਵੀ ਤਾਂ ਖੜੇ ਹੁੰਦੇ, ਉਹ ਪ੍ਰਬੰਧ ਮੰਡੀਆਂ 'ਚ ਕਿਉਂ ਨਹੀਂ ਕੀਤੇ ਜਾ ਰਹੇ? ਸਰਕਾਰਾਂ ਨੂੰ ਸਟਰਕਚਰ ਨਹੀਂ ਖੜੇ ਕਰਨੇ ਆਉਂਦੇ, ਸਰਕਾਰਾਂ ਕੋਲ ਸਿਸਟਮ ਨਹੀਂ ਹੈਗੇ। ਨਹੀਂ, ਜਿਹੜਾ ਅਡਾਨੀਆਂ ਦੇ ਉੱਥੇ ਹੋ ਰਿਹਾ ਉਹ ਕਿਹੜਾ ਅਡਾਨੀ ਆਪ ਕਰ ਰਿਹਾ? ਹਲੇ ਤਾਂ ਸਰਕਾਰਾਂ ਕੋਲੇ ਆ ਨਾ, ਉਹ ਸਰਕਾਰ ਹੀ ਖਰੀਦ ਰਹੀ ਹੈ, ਜਿਹਦਾ ਮਤਲਬ ਮੈਨੇਜ ਵੀ ਸਰਕਾਰ ਕਰ ਰਹੀ ਹੈ। ਤੇ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ ਵੀ ਇਹਨਾਂ ਨੂੰ ਇੱਥੇ ਪਰੇਸ਼ਾਨ ਕਰੋ, ਪਰੇਸ਼ਾਨ ਹੋ ਕੇ ਕਿਸਾਨ ਉਧਰ ਜਾਣ, ਸੁਖਾਲਾ ਢੰਗ ਇਹਨਾਂ ਨੂੰ ਪਤਾ ਲੱਗੇ ਵੀ ਉੱਥੇ ਸੌਖਾ ਹੈ। ਪਰ ਅਸੀਂ ਤਾਂ ਪਹਿਲਾਂ ਹੀ ਜਦੋਂ ਕਾਨੂੰਨ ਲਾਗੂ ਹੁੰਦੇ ਆ ਉਦੋਂ ਦੇ ਕਹਿੰਦੇ ਮਰ ਗਏ ਯਾਰ। ਤੇ ਜਦੋਂ ਖੇਤੀ ਕਾਨੂੰਨ ਲਾਗੂ ਕੀਤੇ ਗਏ ਆ ਤਾਂ ਉਦੋਂ 700 ਤੋਂ ਵੱਧ ਜਿਹੜੀਆਂ ਮੌਤਾਂ ਹੋਈਆਂ ਜਾਂ ਸ਼ਹੀਦ ਕਹਿੰਦੇ ਆ, ਸ਼ਹੀਦ ਹੋਏ। ਤਾਂ ਇਹਦਾ ਮਤਲਬ ਫਿਰ ਅਸੀਂ ਇਹ ਮੰਨੀਏ ਵੀ ਇਹਨਾਂ ਲੋਕਾਂ ਨੇ ਜਿਹੜੇ ਅੱਜ ਟਰਾਲੀਆਂ ਲੈ ਕੇ ਆਪਣੇ ਕਿਸਾਨੀ ਦੀਆਂ ਉੱਥੇ ਗਏ ਹੋਏ ਨੇ, ਤਾਂ ਉਹਨਾਂ ਦੇ ਕਿਸਾਨ ਕੋਈ ਸ਼ਹੀਦ ਨਹੀਂ ਹੋਇਆ, ਮਜ਼ਦੂਰ ਇਹਨਾਂ ਨੇ ਸ਼ਹੀਦ ਕਰਵਾਏ, ਮੰਨੀਏ ਫਿਰ? ਤੁਸੀਂ ਕਹਿ ਰਹੇ ਹੋ ਕਿ ਉੱਥੇ ਅੰਦੋਲਨ ਕਰਕੇ ਆਏ, ਅੰਦੋਲਨ ਵਾਲੇ ਝੰਡੇ ਜਿਹੜੇ ਹੈਗੇ ਉਹ ਟਰੈਕਟਰਾਂ ਤੇ ਲੱਗੇ ਹੋਏ, ਜਿਹੜੇ ਉਹ ਗੋਦਾਮਾਂ ਦੇ ਬਾਹਰ, ਉਹਨਾਂ ਸੈਲੋ ਦੇ ਬਾਹਰ ਖੜੇ ਆ। ਦੀਪ ਸਿੱਧੂ ਦੀਆਂ ਫੋਟੋਆਂ ਟਰੈਕਟਰਾਂ ਦੇ ਉੱਤੇ ਲੱਗੀਆਂ ਹੋਈਆਂ। ਬੰਦੇ ਫਿਰ ਸੋਚ ਦਿਖਾ ਰਹੇ ਆ ਅੰਦੋਲਨ ਵਾਲੀ, ਤੇ ਖੜੇ ਫਿਰ ਵੀ ਆ ਅਡਾਨੀਆਂ ਦੇ ਬਾਹਰ। ਬਈ ਸਾਡੀ ਨਾ ਸੋਚ, ਸਾਡੀ ਮਾਨਸਿਕਤਾ ਗੁਲਾਮ ਹੈ, ਅਸੀਂ ਉਹਨਾਂ ਸੋਚ ਹੀ ਨਹੀਂ ਪਾਉਂਦੇ। ਸਾਨੂੰ ਕੀ ਲੱਗਦਾ, ਕੋਈ ਦੇਖਿਆ ਬੰਦਾ ਉਹਦਾ ਝੰਡਾ ਲਾ ਲਿਆ, 1 ਮਿੰਟ ਦੇ ਵਿੱਚ ਆਪਾਂ ਬੱਲੇ ਬੱਲੇ ਬੱਲੇ। ਕੋਈ ਦੀਪ ਸਿੱਧੂ ਨੂੰ ਇਹੀ ਲੋਕ ਸੀਗੇ ਜਿਹੜੇ ਗਦਾਰ ਕਹਿੰਦੇ ਸੀ ਪਹਿਲੇ, ਪਰ ਉਹਦੀਆਂ ਗੱਲਾਂ ਇਹਨਾਂ ਨੂੰ ਸਮਝ ਨਹੀਂ ਆਈਆਂ ਲੋਕਾਂ ਨੂੰ। ਆਪਾਂ ਫੋਟੋਆਂ ਲਾਉਣੇ ਵਾਲੇ ਆ। ਆਪਾਂ ਜੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ, ਜੇ ਅਸੀਂ ਕਿਤੇ ਗੱਲਾਂ ਗ੍ਰਹਿਣ ਕਰਕੇ ਉਹਨਾਂ ਉੱਪਰ ਅਮਲ ਕਰਨ ਵਾਲੇ ਹੁੰਦੇ ਨਾ, ਤਾਂ ਅਸੀਂ ਅੱਜ ਗੁਲਾਮ ਹੀ ਨਾ ਹੁੰਦੇ। ਪਰ ਜਿਹੜੇ ਵੱਡਾ ਇਕੱਠ ਦੀਪ ਸਿੱਧੂ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੁੰਦਾ, ਬੋਲਦੇ ਤਾਂ ਕਿਤੇ ਉਹ ਵੀ ਨਜ਼ਰ ਨਹੀਂ ਨਾ ਆਉਂਦੇ। ਫਿਰ ਗੱਲਾਂ ਸਿਰਫ ਸੋਚਦੀਆਂ ਕਿਉਂ ਹੁੰਦੀਆਂ? ਸੋਚਦੀਆਂ ਗੱਲਾਂ ਤਾਂ ਹੁੰਦੀਆਂ, ਪਰ ਜ਼ਮੀਨੀ ਪੱਧਰ ਤੇ ਸੋਚ ਤਾਂ ਕਦੀ ਨਜ਼ਰ ਨਹੀਂ ਆਉਂਦੀ। ਬਾਈ ਆਏ ਆ ਹੁਣ ਜਿਵੇਂ ਆਪਾਂ ਵੀ ਚਲੋ ਆਪਾਂ ਨੂੰ ਵੀ ਲਗਾਤਾਰ ਕਹਿ ਰਹੇ ਸੀਗੇ ਬਈ ਤਲੀ ਬਾਈ ਤੁਸੀਂ ਬੋਲਦੇ ਨਹੀਂ ਯਾਰ ਮੁੱਦੇ ਦੇ ਉੱਤੇ। ਫਿਰ ਕਈ ਵਾਰ ਐਂ ਹੁੰਦਾ ਵੀ ਯਾਰ ਇਹਨਾਂ ਲੋਕਾਂ ਖਾਤਰ ਬੋਲਣਾ ਹੈ, ਜਿਨ੍ਹਾਂ ਦੀ ਮੈਂ ਕਹਿੰਦਾ ਆਪਾਂ ਇੱਕ ਕਹਾਵਤ ਆ ਵੀ ਕੁੱਤੇ ਦੀ ਪੂੰਛ ਸਿੱਧੀ ਹੋ ਸਕਦੀ ਹੈ, ਸਿੱਧੀ ਨਹੀਂ ਕਦੇ ਹੁੰਦੀ ਹੈ ਨਾ। ਪਰ ਮੈਂ ਇਹ ਕਹਿੰਦਾ ਵੀ ਕੁੱਤੇ ਦੀ ਪੂੰਛ ਹਲੇ ਸਿੱਧੀ ਹੋ ਸਕਦੀ ਹੈ, ਅਸੀਂ ਨਹੀਂ ਸੁਧਰ ਸਕਦੇ। ਇਹ ਸੁਧਰਨਾ ਬਹੁਤ ਔਖਾ ਸੁਧਾਰ। ਤੇ ਉਹੀ ਲੋਕ ਤੁਸੀਂ ਇਹ ਜਿਹੜੇ ਹੁਣ ਝੰਡੇ ਲਾਈ ਉੱਥੇ ਕਿਸਾਨੀ ਦੇ ਬੈਠੇ ਸੀ, ਇਹ ਤਾਂ ਸਿਰਫ ਪਿੰਨੀਆਂ ਛਕਣ ਜਾਂਦੇ ਸੀ ਉੱਥੇ,
ਤੇ ਅੱਜ ਇੱਕ ਅੱਜ ਜਥੇਬੰਦੀ ਹੈਗੀਆਂ ਕੁਝ 2-4 ਉਹ ਕਹਿੰਦੇ ਜੀ ਅਸੀਂ ਤਾਂ ਵੇਚਾਂਗੇ, ਇੱਥੇ ਤਾਂ ਸਾਨੂੰ ਬਹੁਤ ਸੌਖਾ ਏ। ਤੇ ਫਿਰ ਤੁਸੀਂ ਕਿਉਂ ਫਿਰ ਉਹਨਾਂ ਜਥੇਬੰਦੀਆਂ ਦੇ ਪ੍ਰਧਾਨਾਂ ਨੇ ਮੂਹਰੇ ਲੱਗ ਕੇ ਕਿਉਂ ਲੋਕਾਂ ਨੂੰ ਗੁੰਮਰਾਹ ਕਰਕੇ ਮਰਵਾਇਆ? ਹੁਣ ਤੱਕ ਵਿਚਾਰੇ ਕਈ ਮੰਜਿਆਂ ਤੇ ਪਏ ਨੇ, ਉਦੋਂ ਦੇ ਹਾਦਸਿਆਂ ਦਾ ਸ਼ਿਕਾਰ ਹੋਏ ਫਿਰ। ਕਿਸੇ ਦੀਆਂ ਦਸਤਾਰਾਂ ਖੁੱਲੀਆਂ, ਉਹਨਾਂ ਦੇ ਸਿਰ 'ਚ ਖੂਨ ਦੀਆਂ ਧਾਰੀਆਂ ਜਿਹੜੀਆਂ ਹੈਗੀਆਂ ਉਹ ਫੁੱਟਦੀਆਂ ਦਿਖੀਆਂ। ਕਿਸੇ ਨੂੰ ਇਹਨਾਂ ਨੇ ਪੰਜਾਬ ਦੇ ਪੁੱਤਾਂ ਨੂੰ ਹੀ ਗਦਾਰ ਕਿਹਾ, ਕੋਈ ਕਲਾਕਾਰ ਨਹੀਂ ਪਹੁੰਚ ਸਕਿਆ ਉਹਨਾਂ ਨੂੰ ਗਦਾਰ ਕਿਹਾ। ਫਿਰ ਹੁਣ ਇਹ ਕਹਿਣਾ ਪਊਗਾ ਸਾਨੂੰ ਕਿ ਸੰਨੀ ਦਿਓਲ ਹੋਰੀ ਤਾਂ ਇਮਾਨਦਾਰ ਆ, ਜਿਹੜੇ ਆਪਣੇ ਹੱਕ, ਜਿਹੜੇ ਜਿਨ੍ਹਾਂ ਦੇ ਹੱਕ 'ਚ ਖੜੇ ਸੀ ਖੜੇ ਤਾਂ ਰਹੇ। ਉਹਨਾਂ ਨੇ ਲੱਖਾਂ ਲੋਕਾਂ ਦਾ ਵਿਰੋਧ ਝੱਲਿਆ, ਪਰ ਉਹ ਜਿਨ੍ਹਾਂ ਦੇ ਨਾਲ ਖੜੇ ਸੀ ਖੜੇ ਰਹੇ। ਫਿਰ ਹੁਣ ਇਹਨਾਂ ਲਈ ਵੀ ਕੋਈ ਸ਼ਬਦ ਬਣਿਆ ਪੰਜਾਬੀ ਦਾ? ਕੀ ਲੱਗਦਾ? ਮੈਂ ਤਾਂ ਉਹੀ ਕਹਿੰਦਾ ਵੀ ਯਾਰ ਘੱਟੋ ਘੱਟ ਸਟੈਂਡ ਤੇ ਤਾਂ ਖੜੇ ਰਹੇ ਕਰੋ, ਪੰਜਾਬੀਓ ਸਟੈਂਡ ਤੇ ਖੜੇ ਰਹੇ ਕਰੋ। ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਦਾਰ ਕਿਹਾ ਸੀ ਉਹ ਗਦਾਰ ਹੀ ਕਹੀ ਜਾਂਦੇ ਯਾਰ। ਉਹ ਵੀ ਬਾਅਦ ਦੇ ਵਿੱਚ ਕਹਿੰਦੇ ਜੀ ਉਹ ਤਾਂ ਬਹੁਤ ਸੋਹਣਾ ਸੀ। ਯਾਰ ਹੱਦ ਹੈ। ਅਸੀਂ ਸਾਡੇ ਲਈ ਕੋਈ ਗਦਾਰ ਮਰ ਜੇ ਅੱਜ, ਆਪਾਂ ਇਹ ਥੋੜੀ ਕਹਾਂਗੇ ਵੀ ਆ ਬਾਈ ਸਾਨੂੰ ਮਾਫ ਕਰੀ, ਅਸੀਂ ਤੈਨੂੰ ਗਦਾਰ ਕਹੀ ਗਏ। ਅਸੀਂ ਕਹਾਂਗੇ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਰ ਉਹਨਾਂ ਗਲਤੀਆਂ ਕੀਤੀਆਂ ਹੋਈਆਂ ਸੀ। ਕਿਉਂਕਿ ਅਸੀਂ ਗੁਰੂ ਨੇ ਸਾਡੇ ਨਾਲ ਸਿਖਾਇਆ ਦੁਸ਼ਮਣ ਦੇ ਲਈ ਵੀ ਅਰਦਾਸ ਚੰਗੀ ਕਰਨੀ ਆ, ਪਰ ਇਹ ਥੋੜੀ ਆ ਵੀ ਦੁਸ਼ਮਣ ਨੂੰ ਤੁਸੀਂ ਦੋਸਤ ਕਹਿਣ ਲੱਗ ਜਾਓ। ਤੇ ਗੁਰੂ ਸਾਹਿਬ ਨੇ ਇਹ ਥੋੜੀ ਕੀਤਾ, ਨਾ ਸਾਨੂੰ ਸਿਖਾਇਆ। ਤੇ ਅਸੀਂ ਤਾਂ ਉਸ ਕੌਮ ਦੇ ਵਾਰਸ, ਅੱਜ ਖਾਲਸਾ ਸਾਜਨਾ ਦਿਵਸ ਹੈ, ਅੱਜ ਦੇ ਦਿਨ ਗੁਰੂ ਸਾਹਿਬ ਨੇ ਖਾਲਸਾ ਤਿਆਰ ਕੀਤਾ ਸੀ ਤੇ ਅਸੀਂ ਤੁਰੇ ਕਿੱਧਰ ਨੂੰ ਫਿਰਦੇ ਆ? ਇਹ ਮੇਰੀ ਸਮਝ ਤੋਂ ਤਾਂ ਬਾਹਰ ਆ ਬਾਈ। ਕੀ ਕਰੀ ਜਾ ਰਹੇ ਆ ਲੋਕ? ਆਪਾਂ ਉਦਾਹਰਨਾਂ ਗੁਰੂਆਂ ਦੀਆਂ ਦੇਣੀਆਂ ਤੇ ਜਾ ਕੇ ਗੱਲਾਂ ਹੋਰ ਕਰ ਦੇਣੀਆਂ। ਇਹ ਅਜਿਹਾ ਕੁਝ ਜਦੋਂ ਮੋਰਚਾ ਚੱਲਦਾ ਸੀ ਤਾਂ ਹਰ ਇੱਕ ਨੂੰ ਇਹ ਨਾਰਾ ਲਾਇਆ ਜਾਂਦਾ ਸੀ, ਉਹ ਤੁਸੀਂ ਵੀ, ਤੁਹਾਡਾ ਵੀ ਨੁਕਸਾਨ ਹੋਊਗਾ, ਤੁਸੀਂ ਜੇ ਦੁਕਾਨਾਂ ਵਾਲੇ ਹੋ ਤੁਹਾਨੂੰ ਵੀ ਇਹਦਾ ਨੁਕਸਾਨ ਝੱਲਣਾ ਪੈਣਾ ਹੈ, ਜੇ ਤੁਸੀਂ ਮੰਡੀਆਂ ਵਿੱਚ ਜਿਹੜੇ ਆੜਤੀ ਆ ਇਹਨਾਂ ਨੂੰ ਵੀ ਨੁਕਸਾਨ ਝੱਲਣਾ ਪੈਣਾ। ਆੜਤੀ ਵੀ ਨਾਲ ਖੜ ਗਏ, ਵਕੀਲ ਵੀ ਨਾਲ ਖੜ ਗਏ, ਦੁਕਾਨਾਂ ਵਾਲੇ ਵੀ ਖੜ ਗਏ, ਸਾਰੇ ਨਾਲ ਖੜ ਗਏ। ਜਿਨ੍ਹਾਂ ਕੋਲ ਜ਼ਮੀਨ ਨਹੀਂ ਸੀ ਉਹ ਵੀ ਨਾਰੇ ਲਾ ਕੇ ਆਏ ਕਿ ਸਾਡੇ ਕੋਲ ਜ਼ਮੀਨ ਹੈਗਾ, ਅਸੀਂ ਵੀ ਮੋਰਚੇ 'ਚ ਖੜਾਂਗੇ। ਜਦ ਅੱਜ ਆੜਤੀਆਂ ਦੀਆਂ ਮੰਡੀਆਂ ਅੱਜ ਡੁੱਬਣ ਕਿਨਾਰੇ ਚੱਲ ਜਾਣੀਆਂ ਇਹਨਾਂ ਦੀ ਇਹ ਹਰਕਤਾਂ ਕਰਕੇ, ਜਿਹੜੇ ਲੋਕ ਉੱਥੇ ਖੜੇ ਆ, ਤਾਂ ਅੱਜ ਉਹ ਜਾ ਕੇ ਅਡਾਨੀਆਂ ਦੇ ਨਾਲ ਖੜ ਗਏ। ਇਹ ਗੱਲ ਨੂੰ ਤੁਸੀਂ ਕਿੱਦਾਂ ਦੇਖਦੇ? ਦੇਖੋ ਉਹ ਤਾਂ ਬਾਈ ਜਿਹੜੀ ਅੱਜ ਇਹਨਾਂ ਨੇ ਗੱਲ ਕੀਤੀ ਆੜਤੀ ਕਿੰਨਾ ਵਿਚਾਰਿਆ ਉਹ ਫਿਕਰਮੰਦ ਸੀ ਵੀ ਹਾਂ ਯਾਰ ਸਾਡੇ ਨਾਲ ਇਹ ਕਿਸਾਨ ਵੀ ਖਤਮ ਹੋ ਰਹੇ, ਅਸੀਂ ਵੀ ਖਤਮ ਹੋ ਜਾਣਾ, ਹੱਥ ਦੇ ਨਾਲ ਹੱਥ ਸੀ। ਪਰ ਅੱਜ ਉਹ ਕੀ ਸੋਚ ਰਹੇ ਹੋਣੇ ਵੀ ਅਸੀਂ ਵੀ ਇਹਨਾਂ ਦੇ ਮਗਰ ਲੱਗ ਕੇ ਜਾਂਦੇ ਰਹੇ ਆ। ਜਦੋਂ ਕਿ ਹਰ ਮੁਸ਼ਕਲ ਦੇ ਘੜੀ 'ਚ ਜ਼ਿਮੀਦਾਰ ਆੜਤੀ ਕੋਲ ਆਉਂਦਾ, 6 ਮਾਹੀ ਉਹਨੂੰ ਲੋੜ ਪੈਂਦੀ ਪੈਸੇ ਦੀ, ਲੱਖ ਰੁਪਏ ਲੈਣਾ, ਚੱਲ ਆੜਤੀ ਕੋਲ। ਕਦੀ ਕਿਸੇ ਕੋਈ ਬਿਪਤਾ ਪੈ ਗਈ, ਚੱਲ ਆੜਤੀ ਕੋਲ। ਪਰ ਜਿਹੜੇ ਅੱਜ ਉਹ ਉੱਥੇ ਖੜੇ ਆ ਉਹਨਾਂ ਨੇ ਪਿੱਠ 'ਚ ਛੁਰਾ ਨਹੀਂ ਮਾਰਿਆ। ਤੁਹਾਨੂੰ ਕੀ ਲੱਗਦਾ? ਜਿਹੜੇ ਉੱਥੇ ਖੜੇ ਆ ਫਿਰ ਹੁਣ ਉਹ ਉੱਥੇ ਜਾ ਕੇ ਅਡਾਨੀਆਂ ਦੇ ਉੱਥੇ ਜਾ ਕੇ ਕਹਿ ਦੇਵੇ ਵੀ ਮੈਂ ਧੀ ਦਾ ਵਿਆਹ ਕਰਨਾ, 6 ਲੱਖ ਰੁਪਏ ਦੇ ਦਿਓ, ਫਿਰ ਲੈ ਆਵੇ ਅਡਾਨੀ ਤੋਂ, ਜਾਂ ਅਡਾਨੀ ਦੇ ਗੋਦਾਮ ਦੇ ਵਿੱਚ ਜਿਹੜੇ ਅਫਸਰ ਬੈਠੇ ਆ ਉਹਨਾਂ ਤੋਂ ਮੰਗ ਲੇ, ਫਿਰ ਦੇਖ ਲੈ। ਇਹ ਭਾਈਚਾਰਾ ਹੁੰਦਾ ਬਾਈ, ਇਹ ਤੇ ਭਾਈਚਾਰੇ ਦੇ ਕਰਕੇ ਹੀ ਸੀਗਾ। ਉਹ ਸਾਨੂੰ, ਅਸੀਂ ਕੋਈ ਕੌਮ ਸਾਡੀ ਜਿਹੜੀ ਹੈਗੀ ਹੈ, ਸਾਨੂੰ ਦੁਸ਼ਮਣਾਂ ਨੇ ਥੋੜੀ ਮਾਰਿਆ, ਸਾਨੂੰ ਆਪਣਿਆਂ ਨੇ ਮਾਰਿਆ ਸਾਡਿਆਂ ਨੇ। ਤੇ ਹੁਣ ਬਹੁਤ ਸਾਰੇ ਲੋਕ ਕਹਿਣਗੇ ਵੀ ਤੁਸੀਂ ਗੱਲਾਂ ਕਰਦੇ ਹੋ ਜੀ, ਇਹ ਤਾਂ ਜੀ ਆਪਣੇ ਆ, ਜਾਂ ਉੱਥੇ ਸਰਕਾਰ ਕਰ ਰਹੀ ਹੈ। ਮੈਂ ਤੁਹਾਡੇ ਨਾਲ ਸਹਿਮਤ ਹਾਂ। ਆਪਾਂ ਕਦੋਂ ਕਿਹਾ ਵੀ ਪ੍ਰਾਈਵੇਟ ਖਰੀਦ ਹੋ ਰਹੀ ਹੈ? ਸਰਕਾਰ ਦੀ ਉਹ ਹੋ ਰਹੀ ਹੈ, ਪਰ ਤੁਹਾਨੂੰ ਸਿਰਫ ਲਾਲਚ ਦਿੱਤਾ ਜਾ ਰਿਹਾ, ਤੁਹਾਡੇ ਲਈ ਰਾਹ ਬਣਾਇਆ ਜਾ ਰਿਹਾ, ਤੁਹਾਡੀ ਮਾਨਸਿਕਤਾ ਉਧਰ ਨੂੰ ਤੋਰੀ ਜਾ ਰਹੀ ਹੈ ਵੀ ਹੁਣ ਆਪਾਂ ਨੇ ਹਰ ਸੀਜ਼ਨ ਦੇ ਵਿੱਚ ਉਧਰ ਨੂੰ ਹੀ ਤੁਰਨਾ। ਤੇ ਹੌਲੀ ਹੌਲੀ ਜਦੋਂ ਇੱਥੇ ਜਿਹੜਾ ਸਰਕਾਰ ਨੇ ਫਿਰ ਇਹ ਕਹਿ ਕੇ ਇਹ ਮੰਡੀਆਂ ਬੰਦ ਕਰਨੀਆਂ ਵੀ ਇੱਥੇ ਕਿਸਾਨ ਆ ਰਹੀ ਨਹੀਂ ਰਹੀ ਸੀਗੇ, ਜਾਂ ਛੋਟੇ ਕਿਸਾਨ ਹੁੰਦੇ ਸੀ ਬਹੁਤ, ਉਹਦੇ ਨਾਲ ਖਰਚਾ ਹੀ ਨਹੀਂ ਪੂਰਾ ਹੁੰਦਾ ਸੀ ਮੰਡੀਆਂ ਦਾ, ਇਸ ਕਰਕੇ ਸਾਨੂੰ ਮੰਡੀਆਂ ਬੰਦ ਕਰਨੀਆਂ ਪੈਣੀਆਂ। ਛੋਟੇ ਕਿਸਾਨਾਂ ਨੂੰ ਵੀ ਬੇਨਤੀ ਆ, ਹੁਣ ਪ੍ਰਾਈਵੇਟਾਂ ਦੇ ਉੱਥੇ ਜਾਓ, ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਊਗਾ। ਪਰ ਨੁਕਸਾਨ ਜੀਓ ਸਿਮ ਫ੍ਰੀ 'ਚ ਮਿਲਿਆ, ਬਾਅਦ ਦੇ ਵਿੱਚ 800 ਦਾ ਹੋ ਗਿਆ, ਉਸੇ ਤਰ੍ਹਾਂ ਦੇ ਖਮਿਆਜ਼ੇ ਭੁਗਤਣੇ ਪੈਣੇ ਆ। ਇੱਕ ਬਹੁਤ ਵੀਡੀਓਜ਼ ਆਉਂਦੀਆਂ, ਇੱਕ ਬੰਦਾ 20 ਰੁਪਏ ਕਿਲੋ ਅੰਬ ਵੇਚਦਾ, ਨਾਲ ਵਾਲਾ ਬੈਠਾ 40 ਰੁਪਏ ਕਿਲੋ ਵੇਚਦਾ। ਉਹ ਪਲੇਟ ਦੇਖਦਾ ਵੀ ਇਹ 20 ਰੁਪਏ ਵੇਚੀ ਜਾਂਦਾ ਤੇ ਮੈਂ 40 ਵੇਚਦਾ ਏ। ਉਹ ਕੀ ਕਰਦਾ, ਉਹ 20 ਰੁਪਏ ਦੇ ਕਿਲੋ ਦੇ ਹਿਸਾਬ ਦੇ ਨਾਲ 5 ਕਿਲੋ ਅੰਬ ਸੀਗੇ ਉਹਦੇ ਕੋਲ, 5 ਕਿਲੋ ਦੇ 100 ਰੁਪਏ ਦੇ ਕੇ ਖਰੀਦ ਲੈਂਦਾ। ਉਹ 5 ਕਿਲੋ ਦੇ ਅੰਬ ਆਪਣੇ ਕੋਲ ਰੱਖਦਾ ਤੇ 40 ਦੇ ਉਹ 80 ਕਰ ਦਿੰਦਾ ਵੀ ਹੁਣ ਮੈਂ ਇਕੱਲਾ ਹੀ ਆ ਤੇ ਹੁਣ ਕਿਹੜਾ ਕੋਈ ਨਾਲ ਕੰਪੀਟੀਸ਼ਨ 'ਚ 80 ਰੁਪਏ ਵੇਚਾਂਗੇ। ਤੇ ਉਹ ਕੰਮ ਆਪਣੇ ਨਾਲ ਹੋਣਾ ਜਦੋਂ ਇਹਨਾਂ ਦੇ ਕੋਲ ਮੰਡੀਆਂ ਵੀ ਨਹੀਂ ਰਹਿਣੀਆਂ, ਕੁਝ ਵੀ ਨਹੀਂ ਰਹਿਣਾ। ਪਹਿਲਾਂ ਰੋਡ ਹੁੰਦੀਆਂ ਸੀ ਬਿਨਾਂ ਟੈਕਸ ਫ੍ਰੀ ਹੁੰਦੀਆਂ ਸੀ। ਟੋਲ ਟੈਕਸ ਕਿਤੇ ਦੇਖਿਆ ਸੀ ਪਹਿਲੇ? ਬਹੁਤ ਘੱਟ ਸੀ, ਬਹੁਤ ਰੇਅਰ। ਕਿਸੇ ਤੁਸੀਂ ਸਟੇਟ ਦੇ ਵਿੱਚ ਐਂਟਰ ਕਰ ਰਹੇ ਹੋ ਤਾਂ ਹੀ ਸੀ। ਥਾਂ ਟੋਲ ਪਲਾਜ਼ੇ ਲੱਗੇ ਹੋਏ ਆ, ਹੁਣ ਤਾਂ ਥਾਂ ਤੇ ਟੋਲ ਟੈਕਸ ਲੱਗੇ ਹੋਏ ਆ। ਤਾਂ ਇੱਥੇ ਨੂੰ ਅੰਮ੍ਰਿਤਸਰ ਨੂੰ ਲੰਘ ਜਾਓ, 5-6 ਤਾਂ ਤੁਹਾਨੂੰ ਰੋਪੜ ਤੋਂ ਹੀ ਆ ਜਾਣੇ ਤੇ ਦਿੰਦੇ ਤੁਰੀ ਚੱਲੋ। ਆਪਾਂ ਵਿਰੋਧ ਨਹੀਂ ਕਰਦੇ, ਵਿਰੋਧ ਕਿਉਂ ਨਹੀਂ? ਜਾਂ ਆਪਣੇ ਕੋਲ ਕੋਈ ਆਪਸ਼ਨ ਹੀ ਨਹੀਂ ਹੈਗਾ, ਹੋਰ ਰੋਡ ਨਹੀਂ ਹੈਗੀ। ਅਗਲੇ ਪਹਿਲਾਂ ਟੋਲ ਟੈਕਸ ਲਾ ਦਿੰਦੇ ਆ, ਰੋਡ ਬੜੀ ਬਣਾਉਂਦੇ ਆ ਤੇ ਦੂਜੀ ਰੋਡ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਤੇ ਉਸੇ ਤਰ੍ਹਾਂ ਦਾ ਸਾਡੇ ਨਾਲ ਹੋ ਰਿਹਾ ਵਰਤਾਰਾ ਇਹ। ਅਡਾਨੀਆਂ ਦੇ ਜੇ ਅਸੀਂ ਦੇਖੀਏ ਕਿ ਸਾਇਲੋ ਜਿਹੜੇ ਹੈਗੇ ਕੁਝ ਥਾਵਾਂ ਦੇ ਉੱਤੇ ਆ, ਪਰ ਦੇਖੀਏ ਬਾਕੀ ਪੰਜਾਬ ਦੇ ਜਿਹੜੇ ਕਿਸਾਨ ਹੈਗੇ ਆ ਉਹ ਵੀ ਤਾਂ ਫਿਰ ਮੰਡੀਆਂ ਦੇ ਵਿੱਚ ਕਿਤੇ ਨਾ ਕਿਤੇ ਹੈਗੇ। ਹੁਣ ਅਸੀਂ ਅੱਜ ਰੋਪੜ ਦੀ ਮੰਡੀ ਦੇ ਵਿੱਚ ਖੜੇ ਆ, ਇੱਥੇ ਤਾਂ ਅਡਾਨੀਆਂ ਦਾ ਨੇੜੇ ਕੋਈ ਸਾਇਲੋ ਨਹੀਂ ਹੈਗਾ। ਇੱਥੇ ਤਾਂ ਲੋਕਾਂ ਕੋਲ, ਇੱਥੇ ਵੀ ਤਾਂ ਲੋਕ ਖੜੇ ਆ, ਲੋਕਾਂ ਦੀ ਫਸਲ ਵਿਕ ਰਹੀ ਹੈ। ਜੇ ਅਸੀਂ ਗੱਲਬਾਤ ਲੋਕਾਂ ਨਾਲ ਕਰਦੇ, ਕਹਿੰਦੇ ਚੱਕੀ ਜਾ ਰਹੀ ਹੈ ਫਸਲ। ਫਿਰ ਉਹ ਪਾਰਟੀਕੂਲਰ ਲੋਕ ਜਿਹੜੇ ਹੈਗੇ ਆ ਉਹ
ਕਿਉਂ ਜਿਹੜੇ ਹੈਗੇ ਆ ਉਹ ਸਮਝ ਨਹੀਂ ਪਾ ਰਹੇ ਇਸ ਚੀਜ਼ ਨੂੰ ਕਿ ਜਿਹੜੇ ਹੋਰ ਥਾਵਾਂ ਤੇ ਜੇ ਲੋਕ ਫਸਲ ਆਪਣੀ ਵੇਚ ਰਹੇ ਆ ਤਾਂ ਅਸੀਂ ਹੀ ਕਿਉਂ ਅਡਾਨੀਆਂ ਦੇ ਸਾਈਲੋਜ਼ ਵੱਲ ਉਹ ਕਿਉਂ ਲੱਗ ਰਿਹਾ ਤੁਹਾਨੂੰ ਕਿ ਕਿਉਂ ਉਹ ਲੋਕ ਜਿਹੜੇ ਖਿੱਚੇ ਜਾ ਰਹੇ ਆ ਉਸ ਪਾਸੇ? ਖਿੱਚੇ ਸਿਰਫ ਉਹ ਜਾ ਰਹੇ ਆ ਜਿਹੜੇ ਲੋਕ ਕੰਮ ਚੋਰ ਨੇ, ਜਿਹਨੂੰ ਲੱਗਦਾ ਵੀ ਯਾਰ ਉੱਥੇ ਜਾ ਕੇ ਖੱਜਲ ਹੋਵਾਂਗੇ, ਵੀ ਉੱਥੇ ਜਾ ਕੇ ਕੀ ਕਰਨਾ। ਪਰ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਵੱਡੇ ਵੱਡੇ ਅੰਦੋਲਨ ਕਰਦੇ। ਹੁਣ ਅਸੀਂ ਸਾਲ ਬੈਠੇ ਰਹੇ ਹਾਂ, ਇਹ ਸਬਰੇ ਸੀ। ਜੇ ਜਿੱਤ ਸੀ ਫਿਰ ਤੇ ਉੱਥੇ ਤੇ ਵੀ ਆ ਜਾਂਦੇ ਆਪਾਂ ਇੱਕਦਮ। ਸਬਰ ਦੇ ਨਾਲ ਸਭ ਕੁਝ ਹੁੰਦਾ। ਪਰ ਜਿਹੜੇ ਲੋਕਾਂ ਨੂੰ ਲੱਗਦਾ ਸਾਡੇ ਮਨਾਂ ਦੇ ਵਿੱਚ ਐਡੀ ਕਾਹਲ ਪੈ ਗਈ ਆ, ਹਰੇਕ ਕੰਮ ਅਸੀਂ ਮਿੰਟ ਦੇ ਵਿੱਚ ਕਰਨਾ ਚਾਹੁੰਦੇ ਆ। ਸਾਨੂੰ ਅੱਜ ਜਮੂਟੋ ਜੇ ਆ ਗਏ ਜਾਂ ਹੋਰ ਕੰਪਨੀਆਂ ਆ ਗਈਆਂ, ਸੌਖੇ ਕਰਤਾ ਉਹਨਾਂ ਨੇ। ਕਹਿੰਦੇ ਘਰ ਬੈਠੇ ਹੀ ਖਾਈ ਚੱਲੋ, ਕੰਮ ਡੱਕਾ ਨਾ ਤੋੜਿਓ, ਤੁਸੀਂ ਫੋਨ ਵਾਲਾ ਮਾਰਦਾ ਟਰਾਈ ਆ ਮੰਗਾ ਲਏ ਜੀ, ਪਕੌੜੇ ਮੰਗਾ ਲਏ, ਫਲਾਣਾ ਮੰਗਾ ਲਿਆ। ਇਹ ਜਿਹੜੀਆਂ ਚੀਜ਼ਾਂ ਨੇ ਇਸ ਕਰਕੇ ਅੱਜ ਮੰਡੀਆਂ ਵੱਲ ਨੂੰ ਤੁਰੇ ਨੇ, ਆਲਸੀ ਬਣਾਤੇ ਲੋਕ। ਬਸ ਇਹ ਆਲਸੀ ਕਿਸਮ ਦੇ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਉੱਥੇ ਖੱਜਲ ਖੁਆਰੀ ਕੌਣ ਧੁੱਪ ਦੇ ਵਿੱਚ ਬੈਠੂਗਾ, ਆਪਾਂ ਕੀ ਕਰਾਂਗੇ। ਤੇ ਉਹਦੇ ਨਾਲ ਪਰ ਸਾਡੀ ਕੌਮ ਉਹ ਹੈ ਜਿਹੜੀ ਖੁਦ ਦੇ ਘਰ 'ਚ ਰੋਟੀ ਨਾ ਹੋਵੇ, ਪਰ ਜੇ ਦੂਏ ਦੀ ਰੋਟੀ ਕੋਈ ਖਵਾਉਂਦਾ ਹੋਵੇ ਤਾਂ ਉਹਦੇ ਲਈ ਵੀ ਮੰਜਾ ਢਾ ਲੈਂਦੀ ਸੀ। ਇਹ ਮਾਨਸਿਕਤਾ ਸਾਨੂੰ ਕਿੱਥੇ ਲੈ ਕੇ ਜਾਊਗੀ? ਜਿਹੜਾ ਇਨਸਾਨ ਇੱਕ ਦਿਹਾੜੀ ਇੱਥੇ ਬਹਿ ਕੇ, ਅਕਸਰ ਅਸੀਂ ਹੁਣ ਗੱਲਾਂ ਬਾਤਾਂ ਕੀਤੀਆਂ ਲੋਕਾਂ ਨਾਲ ਤਾਂ ਪਤਾ ਲੱਗਿਆ ਕਿ ਇੱਕ ਦਿਨ ਦੇ ਵਿੱਚ ਚੁਕਾਈ ਹੋ ਰਹੀ ਹੈ ਫਸਲ ਦੀ। ਫਿਲਹਾਲ ਕੋਈ ਇਸ ਮੰਡੀਆਂ ਦੇ ਵਿੱਚ ਵੀ ਦਿੱਕਤ ਆ ਨਹੀਂ ਰਹੀ। ਜੇ ਕੋਈ ਇੱਕ ਦਿਹਾੜੀ ਇੱਥੇ ਬਹਿ ਕੇ ਫਸਲ ਵੇਚ ਨਹੀਂ ਸਕਦਾ ਤਾਂ 6 ਮਹੀਨੇ ਉਹ ਫਸਲ ਦੇ ਉੱਗਣ ਦਾ ਇੰਤਜ਼ਾਰ ਕਰ ਲੂਗਾ। ਇਹ ਆਲਸ ਤਾਂ ਫਿਰ ਇਸ ਥਾਂ ਤੇ ਲੈ ਜੂਗੀ, ਇੱਕ ਦਿਨ ਫਸਲ ਬੀਜਣ ਜੋਗੇ ਵੀ ਨਹੀਂ ਰਹਿਣਾ ਕਿਸਾਨਾਂ ਨੇ। ਇਹ ਉਹੀ ਲੋਕ ਹੈ ਬਾਈ ਜਿਨ੍ਹਾਂ ਨੇ ਸਿਰਫ ਪ੍ਰਵਾਸੀ ਬੰਦੇ ਲਾ ਕੇ, ਭਈਏ ਲਾ ਕੇ ਆਪਣੀਆਂ ਕਣਕਾਂ ਉਗਾਈਆਂ ਹੁੰਦੀਆਂ ਤੇ ਖੁਦ ਖੇਤਾਂ ਦੇ ਵਿੱਚ ਗੇੜਾ ਨਹੀਂ ਮਾਰਨਾ। ਤੇ ਇਹ ਚਾਰ ਕੁ ਬੰਦਿਆਂ ਨੇ ਅਜਿਹੀ ਮਾਨਸਿਕਤਾ ਲੋਕਾਂ ਦੀ ਬਣਾ ਦੇਣੀ ਵੀ ਸਾਰੇ ਉਧਰ ਨੂੰ ਤੋਰ ਲੈਣੇ ਆਪਣੇ ਵੱਲ ਨੂੰ। ਪਰ ਮੈਂ ਫੇਰ ਵੀ ਜਾਗਰੂਕ ਕਰਨੇ ਚਾਹੁੰਦੇ ਆਪਾਂ ਵੀ ਇਹ ਭਰਾਵੋ, ਜੇ ਤੁਹਾਡੀ ਇਹ ਲੜਾਈ ਸੀ ਤਾਂ ਅਸੀਂ ਵੀ ਯਾਰ ਤੁਹਾਡੇ ਨਾਲ, ਸਾਨੂੰ ਕੀ ਸੀ। ਤੇ ਅਸੀਂ ਸਰਕਾਰਾਂ ਦੇ ਹੱਕ 'ਚ ਵੀ ਬੈਠ ਸਕਦੇ ਸੀਗੇ ਫਿਰ ਤੇ, ਪਰ ਅਸੀਂ ਤੁਹਾਡੇ ਕਰਕੇ ਖੜੇ ਰਹੇ ਹਾਂ। ਸਵਾਲ ਤਾਂ ਉਹਨਾਂ ਲੋਕਾਂ ਨੇ ਵੀ ਕੀਤੇ ਆ ਨਾ, ਉਹਨਾਂ ਦੇ ਵੀ ਬਣਦੇ ਆ ਹੁਣ, ਜਿਨ੍ਹਾਂ ਨੇ ਆਪਣੀਆਂ ਸਿੰਮਾਂ ਵੀ ਬਦਲਵਾ ਲੀਆਂ, ਸਾਰੇ ਪਰਿਵਾਰ ਦੀਆਂ ਸਿੰਮਾਂ ਇਹਨਾਂ ਦੇ ਕਹਿਣ ਤੇ ਬਦਲਵਾ ਲੀਆਂ। ਉਹ ਕਾਰਪੋਰੇਟ ਘਰਾਣੇ ਛੱਡਤੇ, ਜਿਨ੍ਹਾਂ ਨੇ ਜਿਹੜਾ ਕੋਲ ਜ਼ਮੀਨ ਵੀ ਨਹੀਂ ਸੀ, ਕੁਝ ਨਹੀਂ ਸੀ, ਜਿਨ੍ਹਾਂ ਨੇ ਸਟੋਰਾਂ ਦਾ ਵਿਰੋਧ ਕੀਤਾ ਡਟ ਕੇ। ਉਹ ਲੋਕ, ਉਹਨਾਂ ਦੇ ਵਿੱਚ ਮੀਡੀਆ ਵੀ ਤਾਂ ਕਿਤੇ ਨਾ ਕਿਤੇ ਆਂਦਾ, ਸੋਸ਼ਲ ਮੀਡੀਆ, ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਸੀ ਤੇ ਉਹਨਾਂ ਨੂੰ ਪਰਚੇ ਵੀ ਝੱਲਣੇ ਪਏ। ਬਿਲਕੁਲ ਬਾਈ, ਇਹ ਤਾਂ ਗੱਲ ਹੈ ਹੀ ਆ। ਔਰ ਇਹ ਤਾਂ ਇਹਨਾਂ ਨੂੰ ਖੁਦ ਨੂੰ ਦੇਖਣਾ ਚਾਹੀਦਾ ਵੀ ਜੇ ਗਾਹਾਂ ਨੂੰ ਕੋਈ ਲੋੜ ਪੈਂਦੀ ਹੈ, ਪੈਂਦੀ ਕੀ ਪੈਣੀਓ ਹੈ। ਜੋ ਹਾਲਾਤ ਨੇ ਉਹ ਤਾਂ ਆਪਾਂ ਨੂੰ, ਜੇ ਏਕੇ ਦੇ ਵਿੱਚ ਰਹਿ ਲਾਂਗੇ ਤਾਂ ਠੀਕ ਹੈ। ਜੇ ਸਾਨੂੰ ਲੱਗਦਾ ਵੀ ਨਹੀਂ ਹੁਣ ਤਾਂ ਵੀ ਬਹੁਤ ਹੋ ਗਿਆ ਯਾਰ, ਆਹ ਕੰਮ ਸੌਖਾ ਹੈ, ਉਹ ਸੌਖਾ, ਤਾਂ ਫਿਰ ਆਪਣਾ ਸੌਖਾ ਹੀ ਦੇਖਿਆ ਕਰੋ। ਤੇ ਮਤਲਬ ਕਿ ਦੂਜਿਆਂ ਨੂੰ ਤੰਗ ਨਾ ਕੀਤਾ ਜਾਵੇ। ਬਹੁਤ ਲੋਕਾਂ ਦੇ ਘਰ ਜਿਹੜੇ ਹੈਗੇ ਉਜੜੇ ਆ, ਕਈ ਤਾਂ ਵਿਚਾਰੇ ਨਾ ਮਰਿਆਂ 'ਚ ਨਾ ਜਿਉਂਦਿਆਂ 'ਚ ਹੁਣ ਤੱਕ ਐਕਸੀਡੈਂਟ ਕਰਾਈ ਬੈਠੇ ਨੇ। ਪਰ ਇਹ ਵਰਤਾਰਾ ਕੁਝ ਚੰਗਾ ਨਹੀਂ ਹੈਗਾ। ਔਰ ਜੋ ਗੱਲਾਂ ਇਹ ਹੋਈਆਂ ਨੇ ਜਾਂ ਕੀਤੀਆਂ ਗਈਆਂ ਨੇ, ਇਹ ਬਹੁਤ ਮਾੜੀਆਂ ਨੇ। ਔਰ ਇਹਦੇ ਜਿਹੜੇ ਸਾਨੂੰ ਨਤੀਜੇ ਨੇ ਇਹ ਭੁਗਤਣੇ ਪੈਣਗੇ ਆਉਣ ਵਾਲੇ ਸਮੇਂ 'ਚ। ਬਿਲਕੁਲ। ਸੋ ਅਕਿਰਤਘਣ ਨਹੀਂ ਹੋਣਾ ਚਾਹੀਦਾ। ਜਿਹੜੇ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਹੋਵੇ ਕਿਸੇ ਮਾੜੇ ਵਕਤ ਦੇ ਦੌਰਾਨ, ਜੇਕਰ ਸਾਡੀ ਕਿਸੇ ਦੇ ਨਾਲ ਲੜਾਈ ਹੋਵੇ, ਅਸੀਂ ਆਪਣੇ ਗੁਆਂਢੀ ਨੂੰ ਉੱਥੇ ਨਾਲ ਲੈ ਜਾਈਏ ਤੇ ਮੁੜ ਕੇ ਉਹ ਸਾਡੇ ਲਈ ਆਪਣਾ ਸਿਰ ਪੜਾ ਲੇ ਤੇ ਮੁੜ ਕੇ ਅਸੀਂ ਕਿਸੇ ਨਾਲ ਜਿਹਦੇ ਨਾਲ ਸਾਡੀ ਲੜਾਈ ਹੋਈ ਸੀ ਉਹਦੇ ਨਾਲ ਬਹਿ ਕੇ ਸ਼ਾਮ ਨੂੰ ਰੋਟੀ ਖਾਂਦੇ ਹੋਈਏ, ਇਹ ਗੱਲਾਂ ਕਦੇ ਵੀ ਕਿਸੇ ਸਮਾਜ ਲਈ ਠੀਕ ਨਹੀਂ ਹੁੰਦੀਆਂ। ਉਹ ਸਮਾਜ ਨੂੰ ਗਰਕਣ ਵੱਲ ਹੀ ਲੈ ਕੇ ਜਾਂਦੀਆਂ। ਸੋ ਇਹ ਡਿਸਕਸ਼ਨ ਦੇ ਵਿੱਚੋਂ, ਇਹ ਗੱਲਬਾਤ ਦੇ ਵਿੱਚੋਂ ਸੋਚਣ ਵਾਲੀਆਂ ਗੱਲਾਂ ਜ਼ਰੂਰ ਨੇ। ਉਮੀਦ ਕਰਦੇ ਹਾਂ ਸਾਡੇ ਦਰਸ਼ਕ ਜਿਹੜੇ ਇਹ ਗੱਲਾਂ ਨੂੰ ਦੇਖ ਰਹੇ ਆ ਉਹ ਇਹਨਾਂ ਤੱਥਾਂ ਦੇ ਉੱਤੇ ਗੌਰ ਜ਼ਰੂਰ ਕਰਨਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਜਿਹੜੀਆਂ ਦਿੱਕਤਾਂ ਕਰਕੇ ਮੋਰਚਾ ਲੰਮਾ ਸਮਾਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਚੱਲਿਆ, ਕਿਤੇ ਹਾਲਾਤ ਉਹੋ ਹੀ ਨਾ ਬਣ ਜਾਣ, ਕਿਤੇ ਜਿੱਤਿਆ ਹੋਇਆ ਮੋਰਚਾ ਹਾਰ ਦੇ ਵਿੱਚ ਨਾ ਬਦਲ ਜਾਵੇ। ਇਸ ਕਰਕੇ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਜ਼ਰੂਰ ਕਰਨ ਦੀ ਲੋੜ ਹੈ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ, ਰੂਪਨਗਰ।